ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਕੈਨੇਡਾ ਨਾ ਜਾਣ ਦੀ ਹਦਾਇਤ। ਸਕਾਟਲੈਂਡ ਆਉਣ ਵਾਲੇ ਯਾਤਰੀ ਕਰ ਸਕਣਗੇ ਪ੍ਰਾਈਵੇਟ ਖੇਤਰ ਦੇ ਕਰੋਨਾ ਟੈਸਟਾਂ ਦੀ ਵਰਤੋਂ। ਲੰਡਨ ਦੇ ਹੀਥਰੋ ਹਾਈਵੇ ਅੱਡਿਆਂ ਤੇ ਲੱਗੀਆਂ ਲੰਬੀਆਂ ਕਤਾਰਾਂ। APCA ਨੇ ਮੋਡੈਸਟੋ ਵਿੱਚ ਕਾਮਯਾਬੀ ਨਾਲ ਕਰਵਾਇਆ ਆਪਣਾ 7ਵਾਂ ਟ੍ਰੇਡ ਸ਼ੋਅ। ਤਾਲਿਬਾਨ ਨੇ ਸੰਭਾਲਿਆ ਕਾਬੁਲ ਹਵਾਈ ਅੱਡਾ। ਅਫਗਾਨਿਸਤਾਨ ਛੱਡਣ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਰਸਤਾ ਬਾਈਡਨ। ਕੈਨੇਡਾ ਸੰਸਦੀ ਚੋਣਾਂ 21 ਪੰਜਾਬਣਾ ਮੈਦਾਨ ਵਿੱਚ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕੈਨੇਡਾ ਨਾ ਜਾਣ ਦਾ ਸੁਝਾਅ ਦਿੱਤਾ। ਡੈਲਟਾ ਵੇਰੀਐਂਟ ਵਾਲੇ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਲਗਾਤਾਰ ਵਧਣ ਦਾ ਜ਼ਿਕਰ ਕਰਦਿਆਂ ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕੈਨੇਡਾ ਬਾਰੇ ਤੀਜੇ ਪੱਧਰ ਦੇ ਯਾਤਰਾ ਸੁਝਾਅ ਜਾਰੀ ਕਰ ਦਿੱਤੇ। ਅਮਰੀਕਾ ਦਾ ਤਾਜ਼ਾ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਕੈਨੇਡਾ ਵੱਲੋਂ ਗੁਆਂਢੀ ਮੁਲਕ ਦੇ ਲੋਕਾਂ ਵਾਸਤੇ ਦਰਵਾਜ਼ੇ ਖੋਲੇ ਜਾ ਚੁੱਕੇ ਨੇ। ਦੂਜੇ ਪਾਸੇ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਕਿਹਾ ਕਿ ਕਰੋਨਾ ਵਾਇਰਸ ਤੇ ਡੈਲਟਾ ਵੇਰੀਐਂਟ ਤੋਂ ਪੀੜਿਤ ਮਰੀਜ਼ਾਂ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਸਿਰਫ ਅਮਰੀਕਾ ਵਿੱਚ ਹੀ ਨਹੀਂ ਵਧ ਰਹੀਆਂ, ਸਗੋਂ ਕੈਨੇਡਾ ਅਤੇ ਮੈਕਸੀਕੋ ਵਿੱਚ ਵੀ ਮਾੜਾ ਹਾਲ ਹੈ, ਜਿਸ ਨੂੰ ਵੇਖਦਿਆਂ ਗੈਰ ਜ਼ਰੂਰੀ ਸਫ਼ਰ ਬਿਲਕੁਲ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਅਮਰੀਕੀ ਸਰਕਾਰ ਕੈਨੇਡਾ ਨਾਲ ਲੱਗਦੀ ਜ਼ਮੀਨੀ ਸਰਹੱਦ 21 ਸਤੰਬਰ ਤੱਕ ਬੰਦ ਰੱਖਣ ਦਾ ਐਲਾਨ ਕਰ ਚੁੱਕੀ ਹੈ। ਅਮਰੀਕਾ ਵਿੱਚ ਇਸ ਵੇਲੇ 61% ਲੋਕਾਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਨੇ, ਜਦਕਿ ਕੈਨੇਡਾ ਵਿੱਚ ਇਹ ਅੰਕੜਾ 75% ਦੇ ਨੇੜੇ ਪਹੁੰਚ ਗਿਆ ਹੈ। ਅਮਰੀਕਾ ਵਿੱਚ ਪਿਛਲੇ ਹਫ਼ਤੇ ਦੌਰਾਨ 1,80,000 ਬੱਚਿਆਂ ਨੂੰ ਕਰੋਨਾ ਹੋਣ ਦੀ ਰਿਪੋਰਟ ਹੈ, ਜਿਨ੍ਹਾਂ ਵਿੱਚੋਂ ਕਈ ਗੰਭੀਰ ਹਾਲਤ ਵਿੱਚ ਪੁੱਜ ਗਏ। ਅਮਰੀਕਾ ਵਿੱਚ ਇਸ ਵੇਲੇ ਰੋਜ਼ਾਨਾ ਸਾਹਮਣੇ ਆ ਰਹੇ ਨਵੇਂ ਮਰੀਜ਼ਾਂ ਦੀ ਗਿਣਤੀ 1,55,000 ਤੋਂ ਟੱਪ ਚੁੱਕੀ ਹੈ ਅਤੇ 1,200 ਮੌਤਾਂ ਰੋਜ਼ਾਨਾ ਹੋ ਰਹੀਆਂ ਨੇ। ਅਮਰੀਕਾ ਦੇ ਕਈ ਰਾਜਾਂ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਜਿੰਨੀ ਪਿਛਲੇ ਸਮੇਂ ਦੌਰਾਨ ਕਦੇ ਸਾਹਮਣੇ ਨਹੀਂ ਆਈ। ਵਾਇਰਸ ਫੈਲਣ ਦਾ ਮੁੱਖ ਕਾਰਨ ਵੈਕਸੀਨ ਪ੍ਰਤੀ ਝਿਜਕ ਨੂੰ ਮੰਨਿਆ ਜਾ ਰਿਹਾ। ਅਮਰੀਕਾ ਦੇ ਉਲਟ ਯੂਰਪੀ ਯੂਨੀਅਨ ਵੱਲੋਂ ਕੈਨੇਡਾ ਵਾਸੀਆਂ ਦੀ ਗੈਰ ਜ਼ਰੂਰੀ ਆਵਾਜਾਈ ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਸਕਾਟਲੈਂਡ ਵਿੱਚ ਆਉਣ ਵਾਲੇ ਯਾਤਰੀ ਯਾਤਰਾ ਸੰਬੰਧੀ ਕਰੋਨਾ ਨਿਯਮਾਂ ਤਹਿਤ ਪ੍ਰਾਈਵੇਟ ਕੰਪਨੀਆਂ ਦੇ ਕਰੋਨਾ ਟੈਸਟ ਦੀ ਵਰਤੋਂ ਕਰ ਸਕਣਗੇ। ਸਕਾਟਲੈਂਡ ਸਰਕਾਰ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਮਾਨਤਾ ਪ੍ਰਾਪਤ ਪ੍ਰਾਈਵੇਟ ਕੰਪਨੀਆਂ ਨੂੰ ਕਰੋਨਾ ਟੈਸਟ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਹਰੀ ਜਾਂ ਐਂਬਰ ਸੂਚੀ ਵਾਲੇ ਦੇਸ਼ਾਂ ਤੋਂ ਸਕਾਟਲੈਂਡ ਆਉਣ ਵਾਲੇ ਯਾਤਰੀ ਨਿੱਜੀ ਖੇਤਰ ਦੇ ਕੋਵਿਡ-19 ਟੈਸਟਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਸਕਾਟਲੈਂਡ ਦੇ ਯਾਤਰਾ ਸੰਬੰਧੀ ਨਿਯਮਾਂ ਅਨੁਸਾਰ ਯਾਤਰੀਆਂ ਨੂੰ UK ਸਰਕਾਰਾਂ ਦੇ ਬੁਕਿੰਗ ਪੋਰਟਲ ਰਾਹੀਂ NHS ਹੋਮ PCR ਟੈਸਟ ਬੁੱਕ ਕਰਨ ਦੀ ਲੋੜ ਹੁੰਦੀ ਹੈ। ਇਹ ਨਵੀਂ ਤਬਦੀਲੀ ਸਰਕਾਰ ਅਨੁਸਾਰ ਸਤੰਬਰ ਤੋਂ ਸ਼ੁਰੂ ਵਿੱਚ ਲਾਗੂ ਹੋ ਸਕਦੀ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਫਾ ਯੂਸਫ ਅਨੁਸਾਰ ਇਹ ਰੋਜ਼ਾਨਾ ਯਾਤਰੀਆਂ ਲਈ ਵਧੇਰੇ ਲਾਭ ਪ੍ਰਦਾਨ ਕਰੇਗੀ। ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਯਾਤਰੀਆਂ ਨੂੰ ਲੰਬੀਆਂ ਕਤਾਰਾਂ 'ਚ ਖੜੋ ਕੇ ਇੰਤਜ਼ਾਰ ਕਰਦਿਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਹਵਾਈ ਅੱਡੇ ਤੇ ਕਾਮਿਆਂ ਦੀ ਘਾਟ ਕਾਰਨ ਸਮਾਜਿਕ ਦੂਰੀ ਵੀ ਨਹੀਂ ਰੱਖੀ ਜਾ ਰਹੀ ਤੇ ਉਹਨਾਂ ਨੂੰ 4-4 ਘੰਟੇ ਇੰਤਜ਼ਾਰ ਕਰਨਾ ਪੈ ਰਿਹਾ। ਹੀਥਰੋ ਹਵਾਈ ਅੱਡੇ ਤੇ ਹੋ ਰਹੀ ਦੇਰੀ ਨੂੰ ਬਾਰਡਰ ਫੋਰਸ ਵੱਲੋਂ ਵੀ ਮੰਨਿਆ ਗਿਆ। ਯਾਤਰੀਆਂ ਨੇ ਕਿਹਾ ਕਿ ਇਸ ਮੌਕੇ ਤੇ ਉਹਨਾਂ ਦੀਆਂ ਮਾਵਾਂ ਨੂੰ ਭਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਜਦਕਿ ਇੱਕ ਗਰਭਵਤੀ ਔਰਤ ਨੂੰ ਵੀ ਲੰਬਾ ਸਮਾਂ ਕਤਾਰ 'ਚ ਲੱਗੇ ਰਹਿਣ ਨਾਲ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਦੀ ਸਿਹਤ ਸੁਰੱਖਿਆ ਦਾ ਖਿਆਲ ਰੱਖਣ ਨੂੰ ਮਹੱਤਤਾ ਦਿੱਤੀ ਜਾ ਰਹੀ, ਪਰ ਦੇਸ਼ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਜ਼ਰੂਰੀ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਕਰ ਰਹੇ ਹਾਂ। ਅਮਰੀਕਨ ਪੈਟਰੋਲੀਅਮ ਐਂਡ ਕਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਆਪਣਾ 7ਵਾਂ ਟ੍ਰੇਡ ਸ਼ੋਅ ਇਸ ਵਾਰ ਮੋਡੈਸਟੋ ਕੈਲੀਫੋਰਨੀਆ ਵਿਖੇ ਕਰਵਾਇਆ ਗਿਆ। ਕਨਵੈਨਸ਼ਨ ਸੈਂਟਰ ਵਿਖੇ ਹੋਏ ਇਸ ਵਿਸ਼ਾਲ ਟ੍ਰੇਡ ਸ਼ੋਅ ਵਿੱਚ ਕੈਲੀਫੋਰਨੀਆ ਭਰ ਤੋਂ ਸਟੋਰ ਮਾਲਕਾਂ ਨੇ ਆਣ ਕੇ ਸ਼ਿਰਕਤ ਕੀਤੀ। ਅਮਰੀਕਾ ਭਰ ਤੋਂ ਆਣ ਕੇ ਵੱਖ-ਵੱਖ ਕੰਪਨੀਆਂ ਦੇ 85 ਤੋਂ ਵੱਧ ਵੈਂਡਰਾਂ ਨੇ ਆਪਣੇ ਸਟਾਲ ਇੱਥੇ ਲਗਾਏ, ਜਿੱਥੋਂ ਸਟੋਰ ਮਾਲਕਾਂ ਨੇ ਭਰਪੂਰ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਸਟਾਲਾਂ ਵਿੱਚ ਜਿੱਥੇ ਸਟੋਰਾਂ ਅਤੇ ਗੈਸ ਸਟੇਸ਼ਨਾਂ ਵਿੱਚ ਰੱਖੇ ਜਾਣ ਵਾਲੇ ਪ੍ਰੋਡਕਟ ਦੀ ਨੁਮਾਇਸ਼ ਲਗਾਈ ਗਈ ਸੀ, ਉੱਥੇ ਸਟੋਰਾਂ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਨੇ ਟ੍ਰੇਡ ਸ਼ੋਅ ਵਿੱਚ ਆਏ ਸਟੋਰ ਮਾਲਕਾਂ ਨੂੰ ਭਰਪੂਰ ਜਾਣਕਾਰੀ ਦਿੱਤੀ। ਇਸ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਨੇ ਆਪੋ ਆਪਣੇ ਪ੍ਰੋਡਕਟ ਦੇ ਸੈਂਪਲ ਵੀ ਸਟੋਰ ਮਾਲਕਾਂ ਨੂੰ ਮੁਫਤ ਵਿੱਚ ਵੰਡੇ। ਵੱਖ-ਵੱਖ ਕੰਪਨੀਆਂ ਵੱਲੋਂ ਸਟੋਰ ਮਾਲਕਾਂ ਨੂੰ ਸਪੈਸ਼ਲ ਡੀਲਾਂ ਵੀ ਦਿੱਤੀਆਂ ਗਈਆਂ। ਕੁਝ ਮਿਲਾ ਕੇ ਸਟੋਰ ਮਾਲਕਾਂ ਨੇ ਨਵੇਂ ਉਤਪਾਦਾਂ ਬਾਰੇ ਇੱਥੋਂ ਭਰਪੂਰ ਜਾਣਕਾਰੀ ਹਾਸਲ ਕੀਤੀ। ਸਟੋਰ ਮਾਲਕਾਂ ਦੇ ਚਿਹਰਿਆਂ ਤੇ ਖੁਸ਼ੀ ਆਮ ਦੇਖੀ ਜਾ ਸਕਦੀ ਸੀ, ਕਿਉਂਕਿ ਉਹਨਾਂ ਨੂੰ ਇਸ ਟ੍ਰੇਡ ਸ਼ੋਅ ਰਾਹੀਂ ਬਹੁਤ ਸਾਰੀਆਂ ਨਵੀਆਂ ਗੱਲਾਂ ਬਾਰੇ ਜਾਣਕਾਰੀ ਮਿਲੀ।
इस दौरान APCA ਵੱਲੋਂ ਚੰਗੀ ਕਾਰਗੁਜ਼ਾਰੀ ਲਈ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। APCA ਦੇ ਚੇਅਰਮੈਨ ਜਿਵਤੇਸ਼ ਗਿੱਲ, ਸੈਂਟਰਲ ਬੈਲੀ ਬੋਰਡ ਦੇ ਸੁਖੀ ਸੰਧੂ, ਗੈਰੀ ਸਿੰਘ, ਪੁਨੀਤ ਪੈਂਸ, ਸੁਨੀਲ ਕੁਮਾਰੀਆ, ਹਨੇਸ਼ ਇੰਦਰ ਚੌਹਾਨ, ਜੀਤ ਸੰਧੂ, ਰਾਜਵੀਰ ਸੋਮਲ ਤੋਂ ਇਲਾਵਾ ਸੈਕਰਾਮੈਂਟੋ ਚੈਪਟਰ ਦੇ ਪ੍ਰਧਾਨ ਕੀਨੀ ਚਤਕਾਰਾ, ਫ੍ਰਿਜ਼ਨੋ ਚੈਪਟਰ ਦੇ ਪ੍ਰਧਾਨ ਐਂਡੀ ਚਿਕਾਰਾ, ਨੈਸ਼ਨਲ ਬੋਰਡ ਮੈਂਬਰ ਸੰਜੀਵ ਪਟੇਲ, ਨਾਰਥ ਵੇ ਚੈਪਟਰ ਦੇ ਪ੍ਰਧਾਨ ਪਾਲ ਹੇਅਰ, ਕੇਵਲ ਕ੍ਰਿਸ਼ਨ ਨੇ ਦਿਨ ਰਾਤ ਇੱਕ ਕਰਕੇ ਇਹ ਟ੍ਰੇਡ ਸ਼ੋ ਕਾਮਯਾਬ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੀ ਗਰੇਵਾਲ, ਮੋਡੈਸਟੋ ਮੇਅਰ, ਸਤੂਰ ਬਾਲੇਨ, ਹਰਜਿੰਦਰ ਸਿੰਘ ਧਾਮੀ, ਜੱਸੀ ਸ਼ੇਰਗਿੱਲ ਵੀ ਹਾਜ਼ਰ ਸਨ। ਅਮਰੀਕੀ ਸੈਨਾ ਦੀ ਅਫਗਾਨਿਸਤਾਨ ਵਿੱਚੋਂ ਮੁਕੰਮਲ ਰਵਾਨਗੀ ਤੋਂ ਕੁਝ ਘੰਟੇ ਬਾਅਦ ਤਾਲਿਬਾਨ ਜੇਤੂ ਅੰਦਾਜ਼ ਵਿੱਚ ਕਾਬੁਲ ਹਵਾਈ ਅੱਡੇ ਦੇ ਅੰਦਰ ਦਾਖਲ ਹੋਏ। ਹਵਾਈ ਪੱਟੀ ਉੱਤੇ ਖੜੇ ਹੋ ਕੇ ਤਾਲਿਬਾਨ ਦੇ ਆਗੂਆਂ ਨੇ ਮੁਲਕ ਦੀ ਸੁਰੱਖਿਆ ਦਾ ਅਹਿਦ ਕੀਤਾ। ਜਲਦੀ ਹੀ ਹਵਾਈ ਅੱਡਾ ਖੋਲ੍ਹ ਦਿੱਤਾ ਤੇ ਸਾਬਕਾ ਵਿਰੋਧੀਆਂ ਨੂੰ ਆਮ ਮੁਆਫੀ ਦੇ ਦਿੱਤੀ। ਹਵਾਈ ਅੱਡੇ ਨੂੰ ਦੁਬਾਰਾ ਚਲਾਉਣਾ ਤਾਲਿਬਾਨ ਲਈ ਵੱਡੀ ਚੁਣੌਤੀ ਵਾਂਗ ਹੈ। ਇਸ ਤੋਂ ਇਲਾਵਾ 3 ਕਰੋੜ 80 ਲੱਖ ਦੀ ਆਬਾਦੀ ਵਾਲਾ ਮੁਲਕ ਜੋ ਕਿ 2 ਦਹਾਕਿਆਂ ਤੋਂ ਵਿਦੇਸ਼ੀ ਮਦਦ ਉੱਤੇ ਗੁਜ਼ਾਰਾ ਕਰ ਰਿਹਾ ਸੀ, ਉਸ ਨੂੰ ਚਲਾਉਣਾ ਵੀ ਹੁਣ ਤਾਲਿਬਾਨ ਲਈ ਵੱਡੀ ਚੁਣੌਤੀ ਬਣਿਆ ਹੋਇਆ। ਤਾਲਿਬਾਨ ਦੇ ਚੋਟੀ ਦੇ ਅਧਿਕਾਰੀ ਹਿਕਮਤੁੱਲਾ ਵਸੀਕ ਨੇ ਕਿਹਾ ਕਿ ਅਫਗਾਨਿਸਤਾਨ ਹੁਣ ਆਜ਼ਾਦ ਹੈ। ਹਵਾਈ ਅੱਡੇ ਦੇ ਨਾਗਰਿਕਾਂ ਤੇ ਫੌਜੀ ਪੱਟੀ ਸਾਡੇ ਕਾਬੂ ਹੇਠ ਹੈ। ਉਮੀਦ ਹੈ ਕਿ ਜਲਦੀ ਅਸੀਂ ਆਪਣੀ ਕੈਬਨਿਟ ਦਾ ਐਲਾਨ ਕਰਾਂਗੇ। ਸਭ ਕੁਝ ਸ਼ਾਂਤ ਹੈ ਤੇ ਸਭ ਸੁਰੱਖਿਅਤ ਹੈ। ਵਸਨੀਕ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੰਮ ਉੱਤੇ ਪਰਤਣ ਤੇ ਨਾਲ ਹੀ ਦੁਹਰਾਇਆ ਕਿ ਆਮ ਮੁਆਫੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਤੇ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤਾਲਿਬਾਨ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਧੀਰਜ ਰੱਖਣਾ ਹੋਏਗਾ। ਹੌਲੀ-ਹੌਲੀ ਅਸੀਂ ਸਾਰਾ ਕੁਝ ਆਮ ਵਾਂਗ ਕਰ ਲਵਾਂਗੇ। ਦੱਸਣਯੋਗ ਹੈ ਕਿ ਹਵਾਈ ਅੱਡੇ ਉੱਤੇ ਕਈ ਦਿਨਾਂ ਤੋਂ ਅਫਰਾ ਤਫਰੀ ਦਾ ਮਾਹੌਲ ਸੀ, ਜਿਸ ਤੇ ਨਿਸ਼ਾਨ ਹੱਲੇ ਵੀ ਦੇਖੇ ਜਾ ਸਕਦੇ ਨੇ। ਹਵਾਈ ਅੱਡੇ ਦੀ ਪੂਰੀ ਤਰ੍ਹਾਂ ਸਫਾਈ ਕੀਤੀ ਜਾਣੀ ਬਾਕੀ ਹੈ। ਸਵੇਰ ਹੁੰਦਿਆਂ ਹੀ ਤਾਲਿਬਾਨ ਦੇ ਲੜਾਕੇ ਤੇ ਆਗੂ ਹਵਾਈ ਅੱਡੇ ਉੱਤੇ ਪਹੁੰਚੇ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਸੰਗਠਨ ਦੇ ਸੁਰੱਖਿਆ ਦਸਤਿਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਮੁਲਕ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਸਾਵਧਾਨੀ ਵਰਤਣੀ ਪਏਗੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਦੇਰ ਰਾਤ ਲਾਈਵ ਹੋ ਕੇ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ ਇਸ ਮਿਸ਼ਨ ਵਿੱਚ ਸਫਲ ਰਿਹਾ। ਪੇਸ਼ੇਵਰ ਤਰੀਕੇ ਨਾਲ ਲੋਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ, ਜਿਸ ਵਿੱਚ ਸਾਥੀਆਂ ਨੇ ਸਾਡਾ ਸਹਿਯੋਗ ਦਿੱਤਾ। ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਜੋ ਕੀਤਾ ਉਹ ਮਾਣ ਵਾਲੀ ਗੱਲ ਹੈ ਅਤੇ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਅਫਗਾਨਿਸਤਾਨ ਛੱਡਣਾ ਚਾਹੁੰਦੇ ਸੀ, ਅਸੀਂ ਉਹਨਾਂ ਦੀ ਮਦਦ ਕੀਤੀ। ਇਸ ਸਮੇਂ ਵੀ ਅਫਗਾਨਿਸਤਾਨ 'ਚ 100 ਤੋਂ 200 ਅਮਰੀਕੀ ਨਾਗਰਿਕ ਮੌਜੂਦ ਨੇ, ਜਦਕਿ 1,25,000 ਲੋਕ ਉੱਥੋਂ ਸੁਰੱਖਿਅਤ ਕੱਢੇ ਗਏ। ਰਾਸ਼ਟਰਪਤੀ ਜੋ ਬਾਈਡਨ ਨੇ ਅੱਗੇ ਕਿਹਾ ਕਿ ਕਾਬੁਲ ਛੱਡਣ ਤੋਂ ਇਲਾਵਾ ਤੋਂ ਕੋਈ ਦੂਜਾ ਵਿਕਲਪ ਹੈ ਹੀ ਨਹੀਂ ਸੀ, ਕਿਉਂਕਿ ਅਸੀਂ ਅਮਰੀਕਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ। ਪਿਛਲੇ 2 ਦਹਾਕਿਆਂ ਤੱਕ ਅਫਗਾਨਿਸਤਾਨ 'ਚ ਕਈ ਘਟਨਾਵਾਂ ਹੋਈਆਂ। ਅਫਗਾਨਿਸਤਾਨ ਵਿੱਚ ਭ੍ਰਿਸ਼ਟਾਚਾਰ ਦਾ ਕਾਫੀ ਬੋਲਬਾਲਾ ਰਿਹਾ, ਪਰ ਸਾਡੀ ਮੌਜੂਦਗੀ 'ਚ ਲੰਬੇ ਸਮੇਂ ਤੱਕ ਸ਼ਾਂਤੀ ਰਹੀ। ਬਾਈਡਨ ਨੇ ਕਿਹਾ ਕਿ ਤਾਲਿਬਾਨ ਦੀ ਮਿਲਟਰੀ ਤਾਕਤ ਉੱਥੇ ਮਜ਼ਬੂਤ ਹੈ। ਅਸੀਂ 3 ਲੱਖ ਫੌਜੀਆਂ ਨੂੰ ਗ੍ਰਹਿ ਯੁੱਧ ਲਈ ਤਿਆਰ ਕੀਤਾ। ਜਿਹੜੇ ਲੋਕ ਆਉਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਲਿਆਵਾਂਗੇ। ਸਾਡੀ ਵਿਦੇਸ਼ ਨੀਤੀ ਦੇਸ਼ ਹਿੱਤ ਵਿੱਚ ਹੋਣੀ ਚਾਹੀਦੀ ਹੈ। ਸਾਡੇ ਮੂਲ ਸਿਧਾਂਤ ਅਮਰੀਕਾ ਮੁਤਾਬਕ ਹੋਣੇ ਚਾਹੀਦੇ ਨੇ ਅਤੇ ਸਾਡਾ ਮੁੱਖ ਟੀਚਾ ਅਮਰੀਕਾ ਦਾ ਬਚਾਅ ਹੈ। ਅਸੀਂ ਅਫਗਾਨਿਸਤਾਨ ਵਿੱਚ ਔਰਤਾਂ ਤੇ ਬੱਚਿਆਂ ਦੀ ਮਦਦ ਕਰਦੇ ਰਹਾਂਗੇ ਅਤੇ ਮਨੁੱਖੀ ਅਧਿਕਾਰਾਂ ਲਈ ਲੜਦੇ ਰਹਾਂਗੇ। ਕੈਨੇਡਾ ਦੀ 44ਵੀਂ ਸੰਸਦ ਲਈ ਹੋ ਰਹੀਆਂ ਮੱਧਕਾਲੀ ਸੰਸਦੀ ਚੋਣਾਂ ਵਿੱਚ ਭਾਵੇਂ ਅੱਜ 20 ਦਿਨ ਰਹਿੰਦੇ ਨੇ, ਪਰ ਚੋਣ ਮੈਦਾਨ ਪੂਰੀ ਤਰ੍ਹਾਂ ਪੱਕ ਚੁੱਕਾ ਹੈ। ਕੈਨੇਡਾ ਦੀ ਕੁੱਲ 338 ਮੈਂਬਰੀ ਸੰਸਦ ਵਾਸਤੇ ਵੋਟਾਂ 20 ਸਤੰਬਰ ਨੂੰ ਪੈਣਗੀਆਂ ਤੇ ਉਸ ਦਿਨ ਹੀ ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨ ਕੀਤੇ ਜਾਣਗੇ। 10 ਤੋਂ 13 ਸਤੰਬਰ ਤੱਕ ਐਡਵਾਂਸ VOTING ਹੋਵੇਗੀ। 43ਵੀਂ ਸੰਸਦ ਦੇ 29 ਸੰਸਦ ਮੈਂਬਰ ਇਸ ਵਾਰ ਚੋਣ ਲੜਨ ਤੋਂ ਪਿੱਛੇ ਹਟ ਗਏ ਨੇ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਰਹੇ ਪੰਜਾਬੀ ਨਵਦੀਪ ਸਿੰਘ ਬੈਂਸ, ਸੰਸਦ ਮੈਂਬਰ ਰਮੇਸ਼ ਸੰਘਾ ਤੇ ਗਗਨ ਸਕਿੰਦ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਨ ਓਟੂਲ, ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਬਲਾਕ, ਕਿਊਬਰ ਦੇ ਵੇਸ ਫ੍ਰਾਂਸਿਕ, ਗ੍ਰੀਨ ਪਾਰਟੀ ਦੇ ਆਗੂ ਐਨਾਮੀ ਪਾਲ, ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸੀਮ ਬਰਨੀਅਰ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਨੇ। ਇਹਨਾਂ ਸੰਸਦੀ ਚੋਣਾਂ ਵਿੱਚ 21 ਪੰਜਾਬਣਾਂ ਵੀ ਲੋਕ ਸਭਾ ਵਿੱਚ ਪਹੁੰਚਣ ਲਈ ਸਖਤ ਮਿਹਨਤ ਕਰ ਰਹੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਆਪਣੇ ਹਮਰੁਤਬਾ ਵੋਲਦੀਮੀਰ ਜ਼ੇਲੈਂਸਕੀ ਨਾਲ ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਯੂਕਰੇਨ ਨੂੰ ਮਿਲਟਰੀ ਮਦਦ ਦੇ ਰੂਪ ਵਿੱਚ $6 ਕਰੋੜ ਦੇਣ ਦਾ ਵਾਅਦਾ ਕੀਤਾ। ਬਾਈਡਨ ਪ੍ਰਸ਼ਾਸਨ ਨੇ ਕਾਂਗਰਸ ਨੂੰ ਇੱਕ ਨੋਟੀਫਿਕੇਸ਼ਨ ਵਿੱਚ ਦੱਸਿਆ ਕਿ ਯੂਕਰੇਨ ਲਈ ਸਹਾਇਤਾ ਪੈਕੇਜ ਉਸਦੀ ਸਰਹੱਦ ਪਾਰ ਰੂਸੀ ਮਿਲਟਰੀ ਗਤੀਵਿਧੀ ਵਿੱਚ ਵੱਡੇ ਵਾਧੇ ਅਤੇ ਮੋਰਟਾਰ ਹਮਲਿਆਂ, ਜਗਬੰਦੀ ਸਮਝੌਤਿਆਂ ਦੀ ਉਲੰਘਣਾ ਅਤੇ ਉਕਸਾਵੇ ਦੀਆਂ ਹੋਰ ਕਾਰਵਾਈਆਂ ਕਾਰਨ ਜ਼ਰੂਰੀ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਯੂਕਰੇਨ ਦੀ ਸਰਹੱਦ ਤੇ ਰੂਸ ਦੇ ਨਿਰਮਾਣ ਨੇ ਯੂਕਰੇਨੀ ਸੈਨਾ ਦੀ ਰੂਸ ਦੀ ਘੁਸਪੈਠ ਰੋਕਣ ਦੀ ਸਮਰੱਥਾ ਵਿੱਚ ਕਮੀ ਨੂੰ ਉਜਾਗਰ ਕੀਤਾ। ਰੂਸੀ ਖਤਰੇ ਨਾਲ ਨਜਿੱਠਣ ਲਈ ਯੂਕਰੇਨ ਦੀਆਂ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਤੁਰੰਤ ਲੋੜ ਹੈ।
ਜ਼ੇਲੈਂਸਕੀ ਵਾਈਟ ਹਾਊਸ ਵਿੱਚ ਬਾਈਡਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪ੍ਰਸ਼ਾਸਨ ਕ੍ਰੀਮੀਆ ਤੇ ਰੂਸ ਦੇ ਕਬਜ਼ੇ ਅਤੇ ਦੇਸ਼ ਦੇ ਪੂਰਬੀ ਖੇਤਰ ਦੀ ਪ੍ਰਭੂਸੱਤਾ ਲਈ ਇਕਜੁੱਟਤਾ ਜ਼ਾਹਿਰ ਕਰ ਸਕਦਾ ਹੈ। ਉੱਥੇ ਜ਼ੇਲੈਂਸਕੀ ਯੂਕਰੇਨ ਤੋਂ ਲੰਘਣ ਵਾਲੀ ਜਰਮਨੀ ਦੀ ਨਾਰਡ ਸਟ੍ਰੀਮ 2 ਪਾਈਪਲਾਈਨ ਦੇ ਨਿਰਮਾਣ ਵਿੱਚ ਰੁਕਾਵਟ ਪੈਦਾ ਨਾ ਕਰਨ ਦੇ ਵਾਸ਼ਿੰਗਟਨ ਦੇ ਫੈਸਲੇ ਪ੍ਰਤੀ ਸਮਰਥਨ ਵੀ ਜ਼ਾਹਿਰ ਕਰ ਸਕਦੇ ਹਨ। ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਦਹਾਕਿਆਂ ਦੇ ਯੁੱਧ ਤੋਂ ਬਾਅਦ ਦੇਸ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਿਆਉਣ ਦੇ ਆਪਣੇ ਵਾਅਦੇ ਦੁਹਰਾਉਂਦੇ ਹੋਏ ਮੰਗਲਵਾਰ ਨੂੰ ਆਪਣੀ ਜਿੱਤ ਦਾ ਜਸ਼ਨ ਮਨਾਇਆ। ਇਸ ਦਰਮਿਆਨ ਦੇਸ਼ ਦੇ ਚਿੰਤਿਤ ਨਾਗਰਿਕ ਇਸ ਇੰਤਜ਼ਾਰ ਵਿੱਚ ਦੇਖੇ ਕਿ ਨਵੀਂ ਵਿਵਸਥਾ ਕਿਵੇਂ ਦੀ ਹੋਵੇਗੀ। ਅਮਰੀਕੀ ਫੌਜ ਦੇ ਅਫਗਾਨਿਸਤਾਨ ਤੋਂ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਤਾਲਿਬਾਨ ਦੇ ਸਾਹਮਣੇ ਹੁਣ 3.8 ਕਰੋੜ ਦੀ ਆਬਾਦੀ ਵਾਲੇ ਦੇਸ਼ ਤੇ ਸ਼ਾਸਨ ਕਰਨ ਦੀ ਚੁਣੌਤੀ ਹੈ, ਜੋ ਬਹੁਤ ਜ਼ਿਆਦਾ ਅੰਤਰਰਾਸ਼ਟਰੀ ਸਹਾਇਤਾ ਤੇ ਨਿਰਭਰ ਹੈ। ਤਾਲਿਬਾਨ ਦੇ ਸਾਹਮਣੇ ਇਹ ਵੀ ਚੁਣੌਤੀ ਹੈ ਕਿ ਉਹ ਅਜਿਹੀ ਆਬਾਦੀ ਤੇ ਇਸਲਾਮੀ ਸ਼ਾਸਨ ਦੇ ਕੁਝ ਰੂਪ ਕਿਵੇਂ ਥੋਪੇਗਾ ਜੋ 1990 ਦੇ ਦਹਾਕੇ ਦੇ ਆਖਰ ਦੀ ਤੁਲਨਾ 'ਚ ਕਿਤੇ ਜ਼ਿਆਦਾ ਪੜ੍ਹੇ ਲਿਖੇ ਅਤੇ ਮਹਾਨਗਰ 'ਚ ਵਸੀ ਹੈ। ਜਦ ਉਸਨੇ ਅਫਗਾਨਿਸਤਾਨ ਤੇ ਸ਼ਾਸਨ ਕੀਤਾ ਸੀ, ਅਮਰੀਕਾ ਅਤੇ ਉਸਦੇ ਸਹਿਯੋਗੀਆਂ ਲਈ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨਾਲ ਹੀ 200 ਅਮਰੀਕੀ ਸੋਮਵਾਰ ਦੀ ਮੱਧ ਰਾਤ ਤੋਂ ਠੀਕ ਪਹਿਲਾਂ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਖਰੀ ਅਮਰੀਕੀ ਫੌਜੀਆਂ ਦੀ ਉਡਾਣ ਭਰਨ ਤੋਂ ਬਾਅਦ ਵੀ ਦੇਸ਼ 'ਚ ਬਣੇ ਰਹੇ। ਇਸ ਦੇ ਕੁਝ ਹੀ ਘੰਟਿਆਂ ਬਾਅਦ ਪੱਗ ਬੰਨ੍ਹ ਕੇ ਤਾਲਿਬਾਨ ਨੇਤਾ ਤਾਲਿਬਾਨ ਦੀ ਬਦਰੀ ਯੂਨਿਟ ਦੇ ਲੜਾਕਿਆਂ ਨਾਲ ਹਵਾਈ ਅੱਡੇ ਪਹੁੰਚੇ ਤੇ ਤਸਵੀਰਾਂ ਖਿਚਵਾਈਆਂ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਪੂਰਨ ਵਾਪਸੀ ਤੋਂ ਬਾਅਦ ਕਿਹਾ ਕਿ ਅਮਰੀਕਾ ਉਸਦੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੇ ਉੱਥੇ ਇੰਨੇ ਘੱਟ ਸਮੇਂ ਵਿੱਚ ਜੋ ਕੰਮ ਕੀਤਾ ਉਹ ਦੁਨੀਆ ਦੀ ਕਿਸੇ ਫੌਜ ਕੋਲੋਂ ਨਹੀਂ ਸੀ ਹੋਣਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 21 ਅਗਸਤ ਤੱਕ ਅਫਗਾਨਿਸਤਾਨ ਤੋਂ ਆਪਣੇ ਸਾਰੇ ਫੌਜੀਆਂ ਦੀ ਵਾਪਸੀ ਦੀ ਸਮਾਂ ਸੀਮਾ ਤੈਅ ਕੀਤੀ ਸੀ, ਪਰ ਤਾਲਿਬਾਨ ਨੇ ਇਸ ਤੋਂ ਕਰੀਬ 2 ਹਫ਼ਤੇ ਪਹਿਲਾਂ ਹੀ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਅਤੇ ਇਸ ਨਾਲ ਉੱਥੇ ਹਾਲਾਤ ਕਾਫੀ ਖਰਾਬ ਹੋ ਗਏ। ਹਾਲਾਂਕਿ ਇਹ ਮੁਹਿੰਮ ਸੋਮਵਾਰ ਦੇਰ ਰਾਤ ਸੰਪੰਨ ਹੋ ਗਈ। ਮੁਹਿੰਮ ਸੰਪੰਨ ਹੋਣ ਤੋਂ ਬਾਅਦ ਆਸਟਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਅਸੀਂ ਅਤੇ ਸਾਡੇ ਸਾਥੀਆਂ ਨੇ ਜੋ ਕੀਤਾ ਉਹ ਦੁਨੀਆ ਦੀ ਕੋਈ ਵੀ ਫੌਜ ਨਹੀਂ ਕਰ ਸਕਦੀ ਸੀ। ਇਹ ਨਾ ਸਿਰਫ ਸਾਡੇ ਬਲਾਂ ਦੀ ਸਮਰੱਥਾ ਅਤੇ ਹਿੰਮਤ ਨੂੰ ਸਗੋਂ ਸਾਡੇ ਸੰਬੰਧਾਂ ਅਤੇ ਸਾਡੇ ਸਹਿਯੋਗੀਆਂ ਅਤੇ ਭਾਗੀਦਾਰਾਂ ਦੀਆਂ ਸਮਰੱਥਾਵਾਂ ਨੂੰ ਵੀ ਦਰਸਾਉਂਦਾ ਹੈ। ਤਾਲਿਬਾਨ ਇੱਕ ਪਾਸੇ ਦੁਨੀਆ ਦੇ ਸਾਹਮਣੇ ਸ਼ਾਂਤੀਪੂਰਵਕ ਢੰਗ ਨਾਲ ਅਫਗਾਨਿਸਤਾਨ ਵਿੱਚ ਸਰਕਾਰ ਬਣਾਉਣ ਅਤੇ ਚਲਾਉਣ ਦਾ ਦਾਅਵਾ ਕਰ ਰਿਹਾ, ਪਰ ਉੱਥੇ ਹੀ ਦੂਜੇ ਪਾਸੇ ਤਾਲਿਬਾਨ ਲੜਾਕੂ ਲਗਾਤਾਰ ਪੰਜਸ਼ੀਰ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਵੀ ਤਾਲਿਬਾਨ ਨੇ ਪੰਜਸ਼ੀਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿੱਥੇ ਉਸਦਾ ਉੱਤਰੀ ਗੱਠਜੋੜ ਦੇ ਲੜਾਕਿਆਂ ਨਾਲ ਮੁਕਾਬਲਾ ਹੋਇਆ। ਸਥਾਨਕ ਪੱਤਰਕਾਰ ਨੈਤਿਕ ਮਲਕਜ਼ਾਦਾ ਦੇ ਇੱਕ ਟਵੀਟ ਦੇ ਅਨੁਸਾਰ ਅਫਗਾਨਿਸਤਾਨ ਦੇ ਪੰਜਸ਼ੀਰ ਦੇ ਪ੍ਰਵੇਸ਼ ਦੁਆਰ ਤੇ ਗੁਲਬਹਾਰ ਖੇਤਰ ਵਿੱਚ ਤਾਲਿਬਾਨ ਲੜਾਕਿਆਂ ਅਤੇ ਉੱਤਰੀ ਗੱਠਜੋੜ ਦੇ ਲੜਾਕਿਆਂ ਦੇ ਵਿੱਚ ਮੁੱਠਭੇੜ ਹੋਈ। ਇੰਨਾ ਹੀ ਨਹੀਂ, ਇੱਥੇ ਤਾਲਿਬਾਨ ਵੱਲੋਂ ਇੱਕ ਪੁਲ ਨੂੰ ਉਡਾਉਣ ਦੀ ਵੀ ਖਬਰ ਹੈ। ਇਸ ਤੋਂ ਇਲਾਵਾ ਕਈ ਲੜਾਕਿਆਂ ਨੂੰ ਫੜਿਆ ਵੀ ਗਿਆ। ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਵੀ ਤਾਲਿਬਾਨ ਅਤੇ ਉੱਤਰੀ ਗੱਠਜੋੜ ਦੇ ਲੜਾਕਿਆਂ ਵਿਚਾਲੇ ਗੋਲਾਬਾਰੀ ਹੋਈ। ਉਸ ਸਮੇਂ ਤਕਰੀਬਨ 7-8 ਤਾਲਿਬਾਨੀ ਲੜਾਕਿਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ। ਤੁਹਾਨੂੰ ਦੱਸ ਦਈਏ ਕਿ ਪੰਜਸ਼ੀਰ ਅਜੇ ਵੀ ਤਾਲਿਬਾਨ ਦੇ ਕਬਜ਼ੇ ਵਿੱਚ ਨਹੀਂ ਆਇਆ, ਜਿੱਥੇ ਉੱਤਰੀ ਗੱਠਜੋੜ ਅਹਿਮਦ ਮਸੂਦ ਦੀ ਅਗਵਾਈ ਵਿੱਚ ਤਾਲਿਬਾਨ ਦੇ ਖਿਲਾਫ ਲੜ ਰਿਹਾ ਹੈ। ਇਲੈਕਸ਼ਨਸ ਕੈਨੇਡਾ ਵੱਲੋਂ ਰਜਿਸਟਰਡ ਵੋਟਰਾਂ ਨੂੰ ਸੂਚਨਾ ਕਾਰਡ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ 10 ਸਤੰਬਰ ਤੱਕ ਹਰ ਵੋਟਰ ਨੂੰ ਇਹ ਕਾਰਡ ਮਿਲ ਜਾਣਗੇ। ਪੋਲਿੰਗ ਸਟੇਸ਼ਨਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਮਗਰੋਂ ਕਾਰਡ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਤੁਸੀਂ ਕਿਹੜੇ ਪੋਲਿੰਗ ਸਟੇਸ਼ਨ ਤੇ ਜਾ ਕੇ ਵੋਟ ਪਾਉਣੀ ਹੈ। ਵੋਟ ਪਾਉਣ ਲਈ ਸ਼ਨਾਖਤ ਦਾ ਸਬੂਤ ਪੇਸ਼ ਕਰਨਾ ਲਾਜ਼ਮੀ ਹੋਵੇਗਾ ਅਤੇ ਵੋਟਰ ਸੂਚਨਾ ਕਾਰਡ ਪੋਲਿੰਗ ਸਟੇਸ਼ਨ ਤੇ ਲਿਆਉਣਾ ਲਾਜ਼ਮੀ ਨਹੀਂ। ਪਰ ਇਲੈਕਸ਼ਨਸ ਕੈਨੇਡਾ ਨੇ ਕਿਹਾ ਕਿ ਸ਼ਨਾਖਤ ਦੇ ਸਬੂਤ ਦੇ ਨਾਲ-ਨਾਲ ਵੋਟਰ ਸੂਚਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਦਾ ਕੰਮ ਜਲਦ ਨਿਬੇੜਿਆ ਜਾ ਸਕੇਗਾ। ਸ਼ਨਾਖਤ ਦੇ ਸਬੂਤ ਵਜੋਂ ਡਰਾਈਵਿੰਗ ਲਾਇਸੈਂਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਫੈਡਰਲ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਕਿਸੇ ਵੀ ਫੋਟੋ ਵਾਲੇ ਕਾਰਡ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਅਫਗਾਨਿਸਤਾਨ ਤੋਂ ਪਰਤੇ ਸੈਂਕੜੇ ਅਮਰੀਕੀ ਜਵਾਨਾਂ ਦੇ ਪਾਕਿਸਤਾਨ 'ਚ ਠਹਿਰਾਅ ਬਾਰੇ ਇੱਥੇ ਵੱਡੀ ਬਹਿਸ ਛਿੜ ਗਈ। ਇਸ ਮਾਮਲੇ ਵਿੱਚ ਨਿਸ਼ਾਨੇ ਤੇ ਆਈ ਇਮਰਾਨ ਸਰਕਾਰ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਅਮਰੀਕੀ ਫੌਜ ਆਰਜ਼ੀ ਰੂਪ ਨਾਲ ਸੀਮਤ ਸਮੇਂ ਲਈ ਰੁਕੀ ਹੋਈ ਹੈ। ਅਮਰੀਕੀ ਫੌਜ ਦੀ ਅਫਗਾਨਿਸਤਾਨ ਤੋਂ ਨਿਕਾਸੀ ਦੌਰਾਨ ਸੈਂਕੜਿਆਂ ਅਮਰੀਕੀ ਜਵਾਨ ਪਾਕਿਸਤਾਨ ਪਹੁੰਚੇ ਹਨ। ਇਸ ਨੂੰ ਲੈ ਕੇ ਪਾਕਿਸਤਾਨ ਵਿੱਚ ਖਬਰ ਮਿਲੀ ਹੈ ਕਿ ਅਮਰੀਕਾ ਇੱਥੇ ਫੌਜੀ ਅੱਡਾ ਬਣਾਉਣ ਜਾ ਰਿਹਾ। ਇਸ ਖਬਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਪੂਰੀ ਤਰ੍ਹਾਂ ਗਲਤ ਦੱਸਿਆ। ਗ੍ਰਹਿ ਮੰਤਰੀ ਨੇ ਡੌਨ ਅਖਬਾਰ ਨੂੰ ਕਿਹਾ ਕਿ ਅਫਗਾਨਿਸਤਾਨ ਤੋਂ ਵਾਪਸੀ ਤੋਂ ਬਾਅਦ ਅਮਰੀਕੀ ਫੌਜ ਦੇ ਜਵਾਨਾਂ ਨੂੰ 21 ਤੋਂ 30 ਦਿਨਾਂ ਦਾ ਟ੍ਰਾਂਜ਼ਿਟ ਵੀਜ਼ਾ ਦਿੱਤਾ ਗਿਆ। ਉਹਨਾਂ ਇਸ ਗੱਲ ਨੂੰ ਵੀ ਖਾਰਜ ਕੀਤਾ ਕਿ ਪਾਕਿਸਤਾਨ ਮੁਸ਼ਰਫ ਕਾਲ ਵੱਲ ਪਰਤ ਰਿਹਾ ਹੈ। ਫੌਜੀ ਤਾਨਾਸ਼ਾਹ ਪਰਵੇਜ਼ ਮੁਸ਼ਰਫ ਨੇ 2002 ਵਿੱਚ ਅਮਰੀਕਾ ਨੂੰ ਸ਼ਮਸੀ ਤੇ ਜਕੋਬਾਬਾਦ ਵਿੱਚ ਆਪਣੇ 에ਅਰ ਬੇਸ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਸੀ।
ਨਿਊ ਜਰਸੀ ਵਿੱਚ ਇੱਕ ਸਮੁੰਦਰੀ ਕੰਢੇ ਤੇ ਸੋਮਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਕੁਦਰਤੀ ਆਫਤ ਦੇ ਕਾਰਨ ਬੀਚ ਤੇ ਇੱਕ ਲਾਈਫ ਗਾਰਡ ਦੀ ਮੌਤ ਹੋਣ ਦੇ ਨਾਲ 7 ਹੋਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਬਰਕਲੇ ਟਾਊਨਸ਼ਿਪ ਪੁਲਿਸ ਵਿਭਾਗ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ ਸਾਊਥ ਸੀਸਾਈਡ ਪਾਰਕ ਦੇ ਬੀਚ ਤੇ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਬੀਚ ਤੇ ਸਥਿਤ ਇੱਕ ਪੁਰਸ਼ ਲਾਈਫ ਗਾਰਡ ਬਿਜਲੀ ਦੀ ਲਪੇਟ ਵਿੱਚ ਆਇਆ ਅਤੇ ਉਸ ਨੂੰ ਮੌਕੇ ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇਸ ਹਾਦਸੇ ਵਿੱਚ 4 ਸੈਲਾਨੀਆਂ ਦੇ ਨਾਲ 3 ਹੋਰ ਲਾਈਫ ਗਾਰਡ ਵੀ ਜ਼ਖਮੀ ਹੋਏ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਵਿੱਚ ਇੱਕ 50 ਸਾਲਾ ਔਰਤ, 51 ਅਤੇ 19 ਸਾਲਾ ਆਦਮੀ ਸ਼ਾਮਲ ਨੇ। 7 ਜ਼ਖਮੀ ਵਿਅਕਤੀਆਂ ਨੂੰ ਬਿਜਲੀ ਡਿੱਗਣ ਤੋਂ ਬਾਅਦ ਸਿਰ ਦਰਦ, ਚੱਕਰ ਆਉਣੇ ਅਤੇ ਸੁਣਨ ਸੰਬੰਧੀ ਸਮੱਸਿਆਵਾਂ ਦੇ ਇਲਾਜ ਲਈ ਕਮਿਊਨਿਟੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ। ਬਰਕਲੇ ਪੁਲਿਸ ਵਿਭਾਗ ਅਨੁਸਾਰ ਟਾਊਨਸ਼ਿਪ ਦੇ ਸਮੁੰਦਰੀ ਬੀਚ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਤੈਰਾਕੀ ਲਈ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਲਾਈਫ ਗਾਰਡ ਅਤੇ ਬੀਚ ਸਟਾਫ ਨੂੰ ਕੁਝ ਸਮਾਂ ਛੁੱਟੀ ਦਿੱਤੀ ਜਾ ਸਕੇ। ਇਸ ਹਾਦਸੇ ਦੇ ਸੰਬੰਧ ਵਿੱਚ ਇੱਕ ਮੌਸਮ ਵਿਗਿਆਨੀ ਡੈਨ ਜ਼ਾਰੋ ਨੇ ਜਾਣਕਾਰੀ ਦਿੱਤੀ ਹੈ ਕਿ ਲਾਈਫ ਗਾਰਡ ਬਿਜਲੀ ਡਿੱਗਣ ਸਮੇਂ ਆਪਣੀ ਕੁਰਸੀ ਦੇ ਸਭ ਤੋਂ ਉੱਚੇ ਸਥਾਨ ਤੇ ਬੈਠਾ ਸੀ, ਜਿਸ ਕਾਰਨ ਉਹ ਮਾਰਿਆ ਗਿਆ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਲੱਖਾਂ ਹੀ ਭਾਰਤੀਆਂ ਵੱਲੋਂ ਹਿੱਸਾ ਲਿਆ ਗਿਆ ਸੀ, ਪਰ ਅਜੇ ਤੱਕ ਉਹਨਾਂ ਫੌਜੀਆਂ ਦਾ ਬਣਦਾ ਮਾਣ ਸਨਮਾਨ ਨਹੀਂ ਕੀਤਾ ਗਿਆ। ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਹਨਾਂ ਦੀ ਸ਼ਹਾਦਤ ਅਤੇ ਸਨਮਾਨ ਦੀ ਗੁੰਮ ਹੋ ਕੇ ਰਹਿ ਗਏ। ਹੁਣ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਸਿੱਖ ਫੌਜੀ ਦਾ ਬੁੱਤ ਲੱਗਣ ਜਾ ਰਿਹਾ। ਸਿੱਖ ਫੌਜੀ ਦੇ ਇਸ ਬੁੱਤ ਨੂੰ ਲਗਵਾਉਣ ਦੀ ਮਨਜ਼ੂਰੀ ਵੀ ਮਿਲ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਹਰਕੀਰਤ ਸੰਦਰ ਅਤੇ ਅਮਰਿੰਦਰ ਵਾਜਵਾ ਨੇ ਦੱਸਿਆ ਕਿ ਸਿੱਖ ਫੌਜੀਆਂ ਨੂੰ ਸਮਰਪਿਤ ਬੁੱਤ ਸਿਡਨੀ ਸ਼ਹਿਰ ਦੇ ਬਲੈਕ ਟਾਊਨ ਕੌਂਸਲ ਦੇ ਇਲਾਕੇ ਗਲੇਨਵੁੱਡ ਵਿਖੇ ਲਗਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਪਿਛਲੇ 4 ਸਾਲ ਤੋਂ ਫਤਿਹ ਫਾਊਂਡੇਸ਼ਨ ਵੱਲੋਂ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪਿਆ ਅਤੇ ਜਿਸ ਦਾ ਨਤੀਜਾ ਕਿ ਬੁੱਤ ਨੂੰ ਮਨਜ਼ੂਰੀ ਮਿਲ ਗਈ। ਸੰਸਾਰ ਜੰਗਾਂ ਵਿੱਚ ਸਿੱਖਾਂ ਦਾ ਯੋਗਦਾਨ ਨਾ ਭੁੱਲਣਯੋਗ ਰਿਹਾ, ਪਰ ਪਤਾ ਨਹੀਂ ਇਸ ਨੂੰ ਫਿਰ ਵੀ ਕਿਉਂ ਅਣਗੌਲਿਆ ਕੀਤਾ ਗਿਆ। ਇਹ ਯਾਦਗਾਰੀ ਬੁੱਤ ਜਿੱਥੇ ਨਵੀਂ ਪੀੜ੍ਹੀ ਲਈ ਮਾਰਗਦਰਸ਼ਕ ਬਣੇਗਾ, ਉੱਥੇ ਸਿੱਖਾਂ ਦੇ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਪਾਏ ਯੋਗਦਾਨ ਦੀ ਯਾਦ ਵੀ ਦਿਵਾਉਂਦਾ ਰਹੇਗਾ। ਨਵੀਂ ਪੀੜ੍ਹੀ ਲਈ ਇਹ ਸਿੱਖਾਂ ਦੇ ਮਾਣ ਅਤੇ ਇਤਿਹਾਸ ਨੂੰ ਹੋਰ ਵੀ ਨੇੜੇ ਤੋਂ ਸਮਝਣ ਅਤੇ ਜੁੜਨ ਲਈ ਪ੍ਰੇਰਿਤ ਕਰੇਗਾ। ਨਿਊਯਾਰਕ ਸਿਟੀ ਦੇ ਮੌਜੂਦਾ ਮੇਅਰ ਬਿਲ ਡੀ ਬਲਾਸੀਓ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਪਹੁੰਚੇ। ਇਸ ਦੌਰਾਨ ਸਿੱਖ ਕਮਿਊਨਿਟੀ ਵੱਲੋਂ ਉਹਨਾਂ ਦੇ ਦਸਤਾਰ ਵੀ ਸਜਾਏ ਗਏ। ਇਹ ਸਾਰਾ ਪ੍ਰੋਗਰਾਮ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਅਤੇ ਹਰਪ੍ਰੀਤ ਸਿੰਘ ਤੂਰ ਵੱਲੋਂ ਉਲੀਕਿਆ ਗਿਆ। 1992 ਤੋਂ ਬਾਅਦ ਜਾਣੀ ਕਿ 29 ਸਾਲ ਬਾਅਦ ਨਿਊਯਾਰਕ ਸਿਟੀ ਵਿੱਚ ਕਿਸੇ ਮੇਅਰ ਦੇ ਸਿਰ ਤੇ ਦਸਤਾਰ ਸਜਾਈ ਗਈ ਹੈ। ਇਹ ਵਿਦੇਸ਼ਾਂ ਵਿੱਚ ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਦੋਂ ਕੋਈ ਵੱਡਾ ਲੀਡਰ ਸਿੱਖ ਕਮਿਊਨਿਟੀ ਨੂੰ ਸਮਝਦਾ ਹੈ, ਉਹਨਾਂ ਨਾਲ ਮੋਢਾ ਲਗਾ ਕੇ ਚੱਲਦਾ ਹੈ, ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਾ ਹੈ। ਨਿਊਯਾਰਕ ਸਿਟੀ ਵਿੱਚ ਸਿੱਖਾਂ ਦੇ ਜਿੰਨੇ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ, ਸਾਰਿਆਂ 'ਚ ਇਹ ਸ਼ਾਮਲ ਹੋਏ ਨੇ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਕਈ ਵਾਰ ਸਿੱਖਾਂ ਨੂੰ ਦਸਤਾਰ ਕਰਕੇ ਗਲਤ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ, ਪਰ ਜਦੋਂ ਕੋਈ ਲੀਡਰ ਦਸਤਾਰ ਸਜਾਉਂਦਾ ਹੈ ਤਾਂ ਉਹਨਾਂ ਦੇ ਨਾਲ ਹੋਰਾਂ ਨੂੰ ਵੀ ਦਸਤਾਰ ਦੀ ਮਹੱਤਤਾ ਦਾ ਪਤਾ ਲੱਗਦਾ ਹੈ। ਮੇਅਰ ਬਿਲ ਡੀ ਬਲਾਸੀਓ ਨੇ ਬਾਅਦ ਵਿੱਚ ਸਾਰੀ ਸੰਗਤ ਨੂੰ ਸੰਬੋਧਨ ਵੀ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ।